ਅੱਜ ਦੀ ਵੀਡੀਓ ਜਿਹੜੀ ਹੈ ਲੈ ਕੇ ਦੋਸਤਾਂ ਦੀ ਖਿਦਮਤ 'ਚ ਹਾਜ਼ਰ ਹੋਇਆ ਵਾਂ। ਇਹਦੇ 'ਚ ਨਏ ਸ਼ੌਕੀਨ ਜਿਹੜੇ ਆ ਅਕਸਰ ਆਪਣਾ ਪਰਿੰਦਾ ਮਾਰ ਲੈਂਦੇ ਨੇ ਕਿਉਂਕਿ ਉਹਨਾਂ ਨੂੰ ਸਮਝ ਨਹੀਂ ਆਉਂਦੀ ਕਿ ਹੁਣ ਕਰੀਏ ਕੀ। ਮਾਮਲਾਤ ਹੋ ਗਏ ਨੇ ਤੇ ਇਹਦੇ ਉੱਤੇ ਅਸੀਂ ਤਫਸੀਲਨ ਗੁਫ਼ਤਗੂ ਕਰਾਂਗੇ ਤਾਂ ਕਿ ਨਏ ਸ਼ੌਕੀਨ ਜਿਹੜੇ ਆ ਉਹ ਆਪਣਾ ਪਰਿੰਦਾ ਖੁਦ ਕਵਰ ਕਰ ਸਕਣ, ਕਿਸੇ ਦੀ ਉਹਨਾਂ ਨੂੰ ਜ਼ਰੂਰਤ ਨਾ ਰਵੇ। ਔਰ ਪੁਰਾਣੇ ਸ਼ੌਕੀਨ ਤੇ ਖੈਰ ਮਾਸਟਰ ਬੰਦੇ ਹੁੰਦੇ ਨੇ, ਉਹਨਾਂ ਨੂੰ ਪਤਾ ਹੁੰਦਾ ਕਿ ਅਗਰ ਇਹ ਮਾਮਲਾ ਹੋ ਗਿਆ, ਪਹਿਲੀ ਗੱਲ ਤੇ ਹੋਣ ਨਹੀਂ ਦਿੰਦੇ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਵਾ ਕਿ ਅਗਰ ਇਹ ਚੀਜ਼ਾਂ ਦੀ ਕਮੀ ਆ ਗਈ ਤੇ ਪਰਿੰਦਾ ਸਾਡਾ ਇਸ ਮਰਜ਼ ਵੱਲ ਚਲੇ ਜਾਣਾ ਵਾ। अस्सलाम वालेकुम व रहमतुल्लाहि व बरकातुहू। उम्मीद है सब दोस्त बुजुर्ग भाई खैरियत नाल होणगे और अल्लाह पाक दे हजूर दुआ है कि मालक सब नूं अपने हिफ्ज़ो अमान च रखे। दोस्तों मेरे चैनल ते नए जे ते चैनल को सबसक्राइब कर दिओ, बैल आइकन दबा दिओ ताकि मेरी हर आने वाली वीडियो तमाम ही दोस्तों तक पहुँचती रहे। जिहड़ा अज दा मौजू है साडा वो हैगा मुर्गी दा झोली बाहर आ जाना या अंदर बाहर आ जाना, दोनों ही चीज़ां चों कोई भी तुसी लफ्ज़ इस्तेमाल कर सकते जे और दोनों ही ये लिए मौजू ने। ਹੁੰਦਾ ਕਿਉਂ ਆ ਤੇ ਇਹਦੀ ਵਜ੍ਹਾ ਇਹ ਬਣਦੀ ਹੈ ਕਿ ਅਕਸਰ ਜਿਹੜਾ ਕਿ ਪਰਿੰਦਿਆਂ 'ਚ ਹੀਟ ਆ ਜਾਂਦੀ ਹੈ ਔਰ ਇਹ ਬਿਮਾਰੀ ਉਦੋਂ ਬਣਦੀ ਹੈ ਜਦੋਂ ਮੁਰਗੀਆਂ ਆਂਡਿਆਂ 'ਚ ਦੇ ਰਹੀਆਂ ਹੁੰਦੀਆਂ ਨੇ ਤੇ ਖੁਸ਼ਕੀ ਦੀ ਵਜ੍ਹਾ ਤੋਂ, ਗਰਮੈਸ਼ ਦੀ ਵਜ੍ਹਾ ਤੋਂ, ਦੋਨੋਂ ਹੀ ਵਜ੍ਹਾ ਤੋਂ ਜਿਸ ਲਈ ਮੁਰਗੀ ਆਂਡਾ ਦਿੰਦੀ ਹੈ ਜਾਂ ਕਬਜ਼ ਹੋ ਜਾਂਦੀ ਹੈ। ਕਬਜ਼ ਦੇ ਉੱਤੇ ਇੱਕ ਅਲੱਗ ਤੋਂ ਵੀ ਵੀਡੀਓ ਮੈਂ ਇਨਸ਼ਾਅੱਲਾ ਨਾਲ ਐਡ ਕਰ ਦਿਆਂਗਾ ਤਾਂ ਕਿ ਉਹਦੇ ਮੁਤਲਕ ਵੀ ਅਗਰ ਵੈਸੇ ਵੀ ਪਰਿੰਦੇ ਨੂੰ ਬਗੈਰ ਆਂਡਿਆਂ ਤੋਂ ਵੀ ਕਬਜ਼ ਹੋ ਜਾਵੇ ਤੇ ਉਹ ਦੋਸਤ ਉਹਦਾ ਟ੍ਰੀਟਮੈਂਟ ਕਰ ਸਕਣ। ਇਨਸ਼ਾਅੱਲਾ ਅਗਲੀ ਵੀਡੀਓ ਇਸੇ ਮੌਜੂ ਤੇ ਹੋਏਗੀ ਔਰ ਇਹਦੇ ਵਿੱਚ ਜਿਹੜਾ ਵਾ ਇਲਾਜ ਦੋਸਤਾਂ ਨਾਲ ਸ਼ੇਅਰ ਕਰਾਂਗਾ, ਆਪਣਾ ਅਜ਼ਮਾਇਆ ਹੋਇਆ ਵਾ ਔਰ ਦੋ ਤਰੀਕਿਆਂ ਨਾਲ ਇਹਦਾ ਇਲਾਜ ਹੋ ਸਕਦਾ ਹੈ। ਅੰਦਰ ਬਾਹਰ ਆ ਜਾਣਾ, ਪਹਿਲਾ ਤੇ ਇਹ ਹੈਗਾ ਕਿ ਜਿਸਲੇ ਮੁਰਗੀ ਦਾ ਅੰਦਰ ਬਾਹਰ ਆ ਜਾਵੇ ਉਹਨੂੰ ਸੰਭਾਲਣਾ ਤਾਂ ਕਿ ਔਰ ਮੁਰਗੀ ਨੂੰ ਆਮ ਖੁੱਡੇ ਤੋਂ ਅਲੱਗਾ ਕਰ ਲੈਣਾ ਤਾਂ ਕਿ ਅਗਰ ਤੁਹਾਡੀ ਗੈਰ ਮੌਜੂਦਗੀ 'ਚ ਵੀ ਕੋਈ ਸੂਰਤ ਹਾਲ ਬਣ ਜਾਵੇ ਤੇ ਵਾਇਰਸ ਜਾਂ ਜਰਾਸੀਮ ਨਾ ਲੱਗਣ। ਸਹੀ ਹੈ। ਇਹ ਸਭ ਤੋਂ ਪਹਿਲੇ ਤੇ ਜਿਹੜਾ ਜੀ ਦੋਸਤੋ ਇਹਦਾ ਜਿਹੜਾ ਨਾ ਅਗਰ ਤੁਹਾਨੂੰ ਪਤਾ ਲੱਗ ਗਿਆ ਕਿ ਇਹ ਪਰਿੰਦੇ ਨੂੰ ਮਸਲਾ ਬਣ ਗਿਆ ਔਰ ਇਸ ਟਾਈਮ ਇਹ ਕੰਡੀਸ਼ਨ ਦੇ ਵਿੱਚ ਬਰਫ਼ ਦੀ ਟਕੋਰ ਕਰਨੀ ਹੈ ਇਸ ਹਿੱਸੇ ਤੇ। ਇਹ ਝੋਲੀ ਜਿਹੜੀ ਹੈ ਇਸ ਹਿੱਸੇ 'ਚ ਜਿਲਦ ਦੇ ਉੱਤੇ ਜਿਹੜਾ ਹਿੱਸਾ ਬਾਹਰ ਆਇਆ ਉਹਨੂੰ ਨਹੀਂ ਕੁਛ ਵੀ ਛੇੜਨਾ ਹੈਗਾ। ਆ ਥੱਲੜੇ ਹਿੱਸੇ 'ਚ ਇੱਥੇ ਬਰਫ਼ ਦੀ ਟਕੋਰ ਕਰਨੀ ਹੈ, ਬਰਫ਼ ਤੋੜ ਲੈਣੀ ਹੈ, ਇੱਕ ਕੱਪੜੇ ਬੰਨ੍ਹ ਲੈਣੀ ਹੈ ਔਰ ਬੰਨ੍ਹ ਕੇ ਉਹਦੇ ਇਸ ਹਿੱਸੇ 'ਚ ਟਕੋਰ ਕਰਨੀ ਹੈ ਤਾਂ ਕਿ ਉਹਦੇ ਨਾਲ ਹੀ ਸਵੈਲਿੰਗ ਘਟੇਗੀ ਹੌਲੀ ਹੌਲੀ। 10 ਤੋਂ 15 ਮਿੰਟ ਦਾ ਦੌਰਾਨੀਆ ਲੱਗ ਸਕਦਾ ਵਾ। ਅਗਰ ਕਿਸੇ ਦੋਸਤ ਕੋਲੋਂ ਨਾ ਹੋਵੇ ਮਾਮਲਾ ਇਸ ਤਰ੍ਹਾਂ ਤੇ ਫਿਰ ਠੰਡਾ ਪਾਣੀ ਜਿਹੜਾ ਵਾ ਜ਼ਿਆਦਾ ਠੰਡਾ ਪਾਣੀ ਉਹ ਉਹਦੇ 'ਤੇ ਪਾਣਾ ਤਾਂ ਕਿ ਉਹਦੀ ਟਕੋਰ ਹੋ ਸਕੇ ਔਰ ਉਹਦੇ ਨਾਲ ਜ਼ਿਆਦਾਤਰ ਚਾਂਸ ਆ। ਔਰ ਇੱਕ ਦਫਾ ਇਸ ਤਰ੍ਹਾਂ ਸਾਡੇ ਨਾਲ 2 ਦਫਾ ਮਾਮਲਾਤ ਹੋ ਚੁੱਕੇ ਨੇ। ਇਹ ਕਾਫੀ ਪੁਰਾਣੀ ਗੱਲ ਆ, ਅਚਾਨਕ ਜ਼ਿਹਨ 'ਚ ਆਇਆ ਤੇ ਮੈਂ ਕਿਹਾ ਵੀ ਇਹਦੇ 'ਤੇ ਵੀ ਇੱਕ ਟੌਪਿਕ ਬਣ ਜਾਣਾ ਚਾਹੀਦਾ ਵਾ ਔਰ ਉਹਦੇ ਵਿੱਚ ਜਿਹੜਾ ਸਾਡਾ ਅੱਲਾ ਭਲਾ ਕਰੇ ਤੁਹਾਡਾ ਸਿਰਫ ਇੱਕ ਦਫਾ ਤੇ ਸਾਡਾ ਬਰਫ਼ ਦੀ ਟਕੋਰ ਦੇ ਨਾਲ ਮਾਮਲਾਤ ਕਲੀਅਰ ਹੋ ਗਏ ਸੀਗੇ ਕਿਉਂਕਿ ਨਾਰਮਲ ਸੀਗੀ ਸਵੈਲਿੰਗ, ਸੋਜ਼ਸ਼ ਜਿਹੜੀ ਹਲਕੀ ਸੀਗੀ। ਦੂਸਰੀ ਦਫਾ ਜਿਸ ਤੱਕ ਮੈਨੂੰ ਯਾਦ ਆ ਉਹਨੂੰ ਖੁਦ ਹੀ ਫਸਟ ਏਡ ਕਰਨਾ ਪਿਆ ਸੀਗਾ ਕਿਉਂਕਿ ਉਹਦੇ ਵਿੱਚ ਕਾਫੀ ਜਿਹੜਾ ਨਾ ਸਵੈਲਿੰਗ ਜ਼ਿਆਦਾ ਸੀਗੀ ਔਰ ਬਰਫ਼ ਦੀ ਟਕੋਰ ਤੋਂ ਬਾਅਦ ਜਿਹੜਾ ਵਾ ਅਗਰ ਇਹਦੇ ਨਾਲ ਮਾਮਲਾਤ ਕਲੀਅਰ ਹੋ ਗਏ ਇਹ 1-2 ਦਿਨ ਦਾ ਕੰਮ ਨਹੀਂ ਹੈਗਾ, 5-7 ਦਿਨ 10 ਦਿਨ ਤੱਕ ਵੀ ਲੱਗ ਜਾਂਦੇ ਨੇ। ਹਫ਼ਤਾ ਆਰਾਮ ਨਾਲ ਲੰਘ ਜਾਂਦਾ ਵਾ। ਹਫ਼ਤਾ ਜਿਹੜਾ ਵਾ ਇਹ ਮੁਰਗੀ ਦੀ ਬਹੁਤ ਕੇਅਰ ਕਰਨੀ ਪੈਂਦੀ ਹੈ। ਜਿਹੜਾ ਦੂਸਰਾ ਵਾ ਮਾਮਲਾ ਜਿਸ ਲਈ ਨਹੀਂ ਬਰਫ਼ ਨਾਲ ਕਵਰ ਹੋਇਆ ਸੀਗਾ, ਨਾਖਣ ਸਭ ਤੋਂ ਪਹਿਲੇ ਆਪਣੇ ਤਰਾਸ਼ਨੇ ਨੇ ਤਾਂ ਕਿ ਜਿਲਦ ਨਰਮ ਹੁੰਦੀ ਹੈ, ਅੰਦਰੀਆਂ ਨਰਮ ਹੁੰਦੀਆਂ ਨੇ, ਉਹਦੇ 'ਤੇ ਤੁਹਾਡਾ ਹੱਥ ਦੀ ਵਜ੍ਹਾ ਤੋਂ ਜ਼ਖਮ ਨਾ ਆ ਜਾਵੇ। ਹੱਥ ਦੇ ਉੱਤੇ ਤੁਸੀਂ ਬਾਜ਼ਾਰ 'ਚੋਂ ਆਮ ਪਲਾਸਟਿਕ ਦੇ ਗਲਵਜ਼ ਵੀ ਮਿਲ ਜਾਂਦੇ ਨੇ, ਰਬੜ ਦੇ ਛਾਪਰ ਵਾਲੇ ਵੀ ਤੇ ਰਬੜ ਦੇ ਵੀ, ਤੁਹਾਨੂੰ ਜਿਹੜਾ ਆਸਾਨੀ ਨਾਲ ਮਿਲ ਜਾਵੇ ਉਹ ਲੈ ਲਓ, ਨਹੀਂ ਤੇ ਹੱਥ 'ਤੇ ਛਾਪਰ ਚੜਾ ਲਓ ਤੇ ਆਸਾਨੀ ਨਾਲ ਵੈਸੇ ਛਾਪਰ ਵਾਲੇ ਗਲਵਜ਼ ਮਿਲ ਜਾਂਦੇ, ਸਸਤੇ ਨੇ, ਉਹ ਲੈ ਲਓ। ਲੈ ਕੇ ਸਰੋਂ ਦਾ ਤੇਲ ਦਾ ਇਸਤੇਮਾਲ ਕਰੋ ਅੰਤਰੀਆਂ ਤੇ ਹੱਥ ਤੇ ਅੰਤਰੀਆਂ ਤੇ ਲਾ ਲਓ ਤਾਂ ਕਿ ਚਿਕਨਾਹਟ ਥੋੜ੍ਹੀ ਬਣ ਜਾਏ ਔਰ ਉਹਦੇ ਨਾਲ ਪੁਸ਼ ਕਰ ਦਿਓ ਅੰਦਰ। ਸਹੀ ਹੈ। ਔਰ ਉਸ ਤੋਂ ਬਾਅਦ ਜਿਹੜਾ ਵਾ ਇਹਨੂੰ ਮੁਰਗੀ ਨੂੰ 10 ਸੀਸੀ ਸਰੋਂ ਦਾ ਤੇਲ ਤੇ 2 ਸੀਸੀ ਕਸਟਰ ਆਇਲ ਇਹ ਦੇਣਾ ਵਾ। ਇਹ 3 ਦਿਨ ਦੀ ਖੁਰਾਕ ਆ, 3 ਦਿਨ ਦੇਣਾ ਵਾ। ਉਸ ਤੋਂ ਬਾਅਦ ਅੱਗੇ ਜਿਹੜਾ ਵਾ ਅਗਰ ਮੁਰਗੀ ਦੁਬਾਰਾ ਵੀ ਪੁਸ਼ ਕਰਦੀ ਹੈ, ਪਿੱਛਾ ਬਾਹਰ ਆਉਂਦਾ ਵਾ ਤੇ ਬਰਫ਼ ਦੀ ਟਕੋਰ ਜਿਹੜੀ ਉਹ ਤੁਸੀਂ ਰੈਗੂਲਰ ਜਾਰੀ ਰੱਖਣੀ ਹੈ ਔਰ ਉਹਦੇ ਨਾਲ ਹੀ ਕਵਰ ਹੁੰਦਾ ਰਹੇਗਾ। ਦੂਸਰੀ ਚੀਜ਼ ਜਿਹੜੀ ਹੈ ਸਰੋਂ ਦਾ ਤੇਲ ਜਿਹੜਾ ਵਾ
ਉਹ ਕਸਟਰ ਆਇਲ ਤੇ ਸਰੋਂ ਦਾ ਤੇਲ 10 cc ਸਰੋਂ ਦਾ ਤੇਲ ਤੇ 2 cc ਕਸਟਰ ਆਇਲ ਇਹਨੂੰ ਦਿੰਦੇ ਰਹਿਣਾ ਵਾ। ਉਸ ਤੋਂ ਬਾਅਦ 3 ਦਿਨ ਦੇਣਾ ਵਾ। ਚੌਥੇ ਦਿਨ ਸਿਰਫ ਸਰੋਂ ਦਾ ਤੇਲ ਕੱਲਾ ਚਲਾਉਣਾ ਵਾ, ਜਿਹੜਾ ਕਿ ਅੰਦਰ ਦੀ ਇਹਦੀ ਖੁਸ਼ਕੀ ख़त्म करेगा और ये ਸਵੈਲਿੰਗ ਵਗੈਰਾ ਦਾ ਬਾਕੀ ਦੇ ਵੀ ਸਾਰਾ ਮਾਮਲਾ ਅੱਲਾ ਖੈਰ ਕਰੇ ਠੀਕ ਹੋ ਜਾਣਗੇ ਇੰਨੇ ਨਾਲ ਹੀ। ਅਤੇ ਮੁxtਲਿਫ ਤਰੀਕਿਆਂ ਨਾਲ 2 ਟ੍ਰੀਟਮੈਂਟ ਕੀਤੇ ਨੇ ਔਰ ਉਹਨਾਂ ਦੇ ਵਿੱਚ ਜਿਹੜਾ ਕਿ ਸਾਨੂੰ ਉਹਦਾ ਬਹੁਤ ਅੱਛਾ ਔਰ ਬਿਹਤਰੀਨ ਰਿਜ਼ਲਟ ਮਿਲਿਆ ਵਾ। ਔਰ ਦੂਸਰਾ ਜਿਹੜਾ ਵਾ ਉਹਦੇ ਵਿੱਚ ਕੇਸ ਦੇ ਵਿੱਚ ਸਵੈਲਿੰਗ ਸੋਜ਼ਸ਼ ਜਾਨਵਰ ਦੇ ਬਹੁਤ ਜ਼ਿਆਦਾ ਸੀਗਾ, ਮਤਲਬ ਕਿ ਉਹਦੀ ਬਿਮਾਰੀ ਵਿੱਚ ਵਿਗਾੜ ਬਹੁਤ ਜ਼ਿਆਦਾ ਸੀਗਾ। ਔਰ ਦੂਸਰੇ ਦੇ ਵਿੱਚ ਅਸੀਂ ਜਨਾਬ ਉਸ ਦੇ ਨਾਲ ਜਿਹੜਾ ਕੀਤਾ ਵਾ ਉਹ ਇਹ ਸੀਗਾ ਕਿ ਉਹਨੂੰ ਟੋਟਲ ਉਹਦਾ ਦੌਰਾਨੀਆ ਵੀ ਸਾਡਾ ਥੋੜ੍ਹਾ ਜਿਹਾ ਰੂਟੀਨ ਤੋਂ ਲੰਮਾ ਹੋ ਗਿਆ ਸੀਗਾ। ਔਰ ਉਹਦੇ ਵਿੱਚ ਅਸੀਂ ਜਿਹੜਾ ਉਹਨੂੰ ਮੱਖਣ ਲੈ ਕੇ ਉਹਦੇ ਵਿੱਚ ਹਲਦੀ ਮਿਕਸ ਕੀਤੀ, ਮਿਕਸ ਕਰਕੇ ਤੇ ਉਹਦੀਆਂ ਅਸੀਂ ਬਣਾਈਆਂ ਗੋਲੀਆਂ। 2 ਗੋਲੀਆਂ ਰੋਜ਼ ਦੀਆਂ ਅਸੀਂ ਉਹਨੂੰ ਦੇ ਰਹੇ ਸੀਗੇ, ਜਿਹੜੀਆਂ ਕਿ ਤਕਰੀਬਨ ਇਤਨੇ ਸਾਈਜ਼ ਦੀਆਂ, ਮਤਲਬ ਕਹਿ ਲਓ ਕਿ ਚਨੇ ਤੋਂ ਥੋੜ੍ਹੀਆਂ ਵੱਡੀਆਂ ਸੀਗੀਆਂ। 2 ਗੋਲੀਆਂ ਉਹ ਦਿੰਦੇ ਰਹੇ ਹਾਂ, ਨਾਲ ਕਸਟਰ ਆਇਲ, ਸਰੋਂ ਦਾ ਤੇਲ, ਇਹ ਚੀਜ਼ਾਂ ਵੀ ਦਿੰਦੇ ਰਹੇ ਹਾਂ। ਔਰ ਨਾਲ ਅਸੀਂ ਉਹਦੇ ਜਿਹੜਾ ਵਾ ਚਲਾਇਆ ਸੀਗਾ ਸਿਸਟਮ, ਉਹ ਇਹ ਸੀਗਾ ਕਿ ਅਸੀਂ ਸ਼ਾਵਰ ਦੇ ਵਿੱਚ ਸਪਰਿਟ ਪਾਇਆ। ਸਪਰਿਟ ਪਾ ਕੇ ਤੇ ਉਹਦੀ ਜਿਲਦ ਤੇ ਜਾਨਵਰ ਤੰਗ ਕਰ ਰਿਹਾ ਸੀਗਾ ਥੋੜ੍ਹਾ ਜਿਹਾ, ਦੂਸਰੇ ਵੀ ਡਿਸਟਰਬ ਕਰ ਰਹੇ ਸੀਗੇ ਤੇ ਇਸ ਕੋਲੋਂ ਮੁਰਗੀ ਨੂੰ ਵੀ ਛੱਡਤਾ। ਤਾਂ ਤੈਨੂੰ ਦੱਸ ਦਿੰਦਾ ਉਹਦੀ ਥੱਲੜੀ ਜਿਹੜੀ ਜਿਲਦ ਹੈ ਨਾ ਝੋਲੀ ਵਾਲੀ, ਉਸ ਜਗ੍ਹਾ 'ਤੇ ਸ਼ਾਵਰਿੰਗ ਕਰਨੀ ਹੈ। ਦਿਨ ਦੇ ਵਿੱਚ 3 ਤੋਂ 4 ਦਫਾ ਸ਼ਾਵਰ ਕਰਨਾ ਵਾ ਉਹਦੀ ਸੋਜ਼ਸ਼ ਘੱਟ ਕਰਨ ਲਈ। ਹਲਦੀ ਜਿਹੜੀ ਹੈ ਉਹ ਅੰਦਰੂਨੀ ਜਿਹੜੀ ਹੈ ਉਹ ਜ਼ਖਮ ਛੋਟੇ ਛੋਟੇ ਬਣੇ ਸੀਗੇ ਉਹਨਾਂ ਨੂੰ ਕਵਰ ਕਰੇਗਾ। ਸਰੋਂ ਦਾ ਤੇਲ ਜਿਹੜਾ ਵਾ ਉਹਦਾ ਜਨਾਬ ਖੁਸ਼ਕੀ ਦੂਰ ਕਰੇਗਾ। ਔਰ ਕਸਟਰ ਆਇਲ ਜਿਹੜਾ ਵਾ ਉਹਦਾ ਜਿਹੜੀ ਕਬਜ਼ ਦਾ ਮਾਮਲਾ ਵਾ ਉਹਦਾ ਪੇਟ ਵਾਸ਼ ਕਰੇਗਾ, ਉਹਦੇ ਨਾਲ ਬਿੱਟ ਨਰਮ ਹੋ ਜਾਏਗੀ। ਪਰਿੰਦਿਆਂ ਅੱਗੇ ਜਿਹੜਾ ਵਾ ਪਾਣੀ ਹੈ ਉਹ ਖਾਸ ਤੌਰ ਤੇ ਜਿਸ ਤਰ੍ਹਾਂ ਮੌਸਮ ਹੁਣ ਗਰਮੀ ਵੱਲ ਜਾ ਰਿਹਾ ਵਾ, ਪਰਿੰਦਿਆਂ ਆਪਣੇ ਕੋਲ ਪਾਣੀ ख़त्म ਨਾ ਹੋਣ ਦਿਆ ਕਰੋ। ਇਹ ਵੀ ਪਾਣੀ ਜਿਹੜਾ ख़त्म ਹੋ ਜਾਣਾ ਵਾ, ਜਿਹੜਾ ਦੇਰ ਬਾਅਦ ਪਾਣੀ ਰੱਖਣਾ ਵਾ, ਜਿਸ ਤਰ੍ਹਾਂ ਕਿ ਅਸੀਂ ਦਾਣਾ ਪਾਣਾ ਵਾ ਤੇ ਉਦੋਂ ਹੀ ਪਾਣੀ ਵੀ ਰੱਖਣਾ ਵਾ। ਇਹ ਚੀਜ਼ਾਂ ਵੀ ਜਿਹੜੀਆਂ ਕਿ ਨੁਕਸਾਨ ਦਾ ਬਾਇਸ ਬਣਦੀਆਂ ਨੇ। ਅਗਰ ਦੋਸਤੋ ਮੇਰੇ ਕੋਲੋਂ ਕੋਈ ਵੀ ਛੋਟਾ ਜਿਹਾ ਕੋਈ ਇੱਕ ਪੁਆਇੰਟ ਵੀ ਤੁਹਾਨੂੰ ਸਿੱਖਣ ਨੂੰ ਮਿਲਦਾ ਵਾ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ, ਮੈਨੂੰ ਸਪੋਰਟ ਜ਼ਰੂਰ ਕਰਿਆ ਕਰੋ, ਕਿਉਂਕਿ ਮੈਨੂੰ ਸਪੋਰਟ ਦੀ ਤੁਹਾਡੀ ਬਹੁਤ ਅਸ਼ਦ ਜ਼ਰੂਰਤ ਆ। ਔਰ ਚੈਨਲ ਜਿਹੜਾ ਵਾ ਕਾਫੀ ਗਰੋਥ ਜਾ ਰਿਹਾ ਵਾ, ਲੇਕਿਨ ਟਾਈਮਿੰਗ ਦਾ ਬਹੁਤ ਇਸ਼ੂ ਆ ਰਿਹਾ ਵਾ। ਦੋਸਤ ਵੀਡੀਓ ਪੂਰੀ ਨਹੀਂ ਦੇਖਦੇ, ਮਿਹਰਬਾਨੀ ਹੈ। ਤੇ ਇਹ ਔਰ ਇਸ ਦੇ ਨਾਲ ਅਗਰ ਇਹਦੇ ਵਿੱਚ ਕੋਈ ਵੀ ਇਲਮ ਵਾਲੀ ਇੱਕ ਗੱਲ ਵੀ ਤੁਹਾਨੂੰ ਲੱਗੇ ਕਿਸੇ ਵੀਡੀਓ 'ਚ ਵੀ, ਤੇ ਉਹਨੂੰ ਅੱਗੇ ਸ਼ੇਅਰ ਲਾਜ਼ਮੀ ਕਰਿਆ ਕਰੋ। ਆਪ ਹੀ ਫਾਇਦਾ ਨਾ ਲਿਆ ਕਰੋ ਸਾਰਾ, ਤੇ ਕੋਈ ਹੋਰ ਕਿਸੇ ਸੰਗੀ ਬੇਲੀ ਨੂੰ ਵੀ ਇਹ ਚੀਜ਼ ਦੇ ਦਿਆ ਕਰੋ ਤਾਂ ਕਿ ਉਹਨੂੰ ਵੀ ਕੋਈ ਬੈਨੀਫਿਟ ਫਾਇਦਾ ਮਿਲ ਸਕੇ। ਖੁਦ ਦੇਖ ਕੇ ਤੇ ਅੱਗੇ ਵੀ ਫਾਰਵਰਡ ਕਰ ਦਿਆ ਕਰੋ ਮੇਰੀ ਵੀਡੀਓ ਨੂੰ ਹੀ। ਮਿਲਦੇ हैं किसी नई वीडियो ਵਿੱਚ, तब तक अपना और अपने शौक का बहुत सारा ख्याल रखना। खाल महमूद इजाज़त दो। अल्लाह ने।